ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਇਸ ਵਕਤ ਦੀ ਵੱਡੀ ਖਬਰ ਤੇ ਵੱਲ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ। ਇਸ ਪ੍ਰੈਸ ਵਾਰਤਾ ਦੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨੇ 12 ਅਕਤੂਬਰ ਨੂੰ ਕਿਸਾਨਾਂ ਦੇ ਅੰਤਿਮ ਅਰਦਾਸ ਵਾਲੇ ਦਿਨ ਨੂੰ ਲੈ ਕੇ ਵੱਡੇ ਐਲਾਨ ਕੀਤੇ ਨੇ। ਸੰਯੁਕਤ ਕਿਸਾਨ ਮੋਰਚੇ ਦੀ ਸਿੱਧਾ ਪ੍ਰੈਸ ਕਾਨਫਰੰਸ ਦੇ ਵੱਲ ਵਧਾਂਗੇ कि आखिरकार किसानों ने ऐलान की कीते ने। इसलिए हमने तय किया है कि 12 तारीख को देश भर के किसान तिकोनिया लखीमपुर खेरी पहुँचे। अंतिम अरदास है, श्रद्धांजलि है, भोग है हमारे उन 4 किसान और एक पत्रकार 5 किसान शहीदों का, उसकी श्रद्धांजलि में पहुँचे। वहीं से कलश यात्रा, उनके अस्थि कलश लेके उत्तर प्रदेश के 75 जिलों के लिए 75 यात्राएं निकलेंगी। देश के बाकी हर राज्य के लिए अलग अलग यात्रा शुरू होगी। 24 अक्टूबर तक यात्रा पूरी होगी। दशहरे वाले दिन इस बार नरेंद्र मोदी, अमित शाह, योगी जैसे लोगों के पुतले जलाए जाएंगे। सच की विजय के लिए लोग उनके झूठ के पुतले जलाएंगे। 18 अक्टूबर को 6 घंटे के लिए रेल रोको किया जाएगा और 26 अक्टूबर को लखनऊ में एक महापंचायत आयोजित की जाएगी लखीमपुर हत्याकांड के विरोध में। संयुक्त किसान मोर्चा पहले दिन से इसके खिलाफ अपने लोकतांत्रिक शांतिपूर्ण संघर्ष में खड़ा है और हमारा संघर्ष जारी है। ਤੇ ਉਧਰ ਬੀਤੇ ਦਿਨ ਹੀ ਲਖੀਮਪੁਰ ਦੀ ਘਟਨਾ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰਾਂ ਦੇ ਘਰੇ ਨਵਜੋਤ ਸਿੰਘ ਸਿੱਧੂ ਗਏ ਵੀ ਅਤੇ ਇੱਕ ਪੱਤਰਕਾਰ ਦੇ ਘਰੇ ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਸੀ ਕਿ ਜਦੋਂ ਤੱਕ ਜੋ ਮੁੱਖ ਦੋਸ਼ੀ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਜਾਂਦਾ ਉਦੋਂ ਤੱਕ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਏਗੀ। ਇਸ ਭੁੱਖ ਹੜਤਾਲ ਦਾ ਪ੍ਰਭਾਵ ਵੀ ਕਾਫੀ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ। ਪ੍ਰਸ਼ਾਸਨ ਦੇ ਉੱਤੇ ਦਬਾਅ ਵੀ ਸੀ ਪਰ ਕੱਲ ਤੜਕਸਾਰ ਉਹ ਸ਼ਖਸ ਖੁਦ ਹੀ ਪੁਲਿਸ ਦੇ ਕੋਲ ਸਰੈਂਡਰ ਕਰ ਗਿਆ ਜਿਸ ਤੋਂ ਬਾਅਦ ਲੰਮਾ ਸਮਾਂ ਪੁੱਛ ਪੜਤਾਲ ਉਸ ਦੇ ਕੋਲੋਂ ਚੱਲੀ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਬਾਅਦ ਆਪਣੀ ਭੁੱਖ ਹੜਤਾਲ ਵੀ ਖਤਮ ਕਰ ਦਿੱਤੀ ਸੀ। ਉਸ ਵਕਤ ਦੀਆਂ ਤਸਵੀਰਾਂ ਵੇਖ ਰਹੇ ਹੋ ਜਦੋਂ ਨੰਨੀਆਂ ਮੁੰਨੀਆਂ ਬੱਚੀਆਂ ਦੇ ਨਾਲ ਬੈਠ ਕੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਭੁੱਖ ਹੜਤਾਲ ਜਿਹੜੀ ਹੈ ਖਤਮ ਕੀਤੀ ਹੈ। सत्य की इस लड़ाई में आज जीत हुई, किसान भाइयों की जीत हुई, कश्यप साहब के परिवार की जीत हुई, क्योंकि उन्हें मुआवजा नहीं चाहिए था, मुआवजा से ज्यादा उन्हें न्याय चाहिए। समझिए, लवप्रीत उसकी बहन ने कहा मुझे मुआवजा नहीं चाहिए, मुझे इंसाफ चाहिए। इसलिए ये सत्य का मार्ग हमें अपनाना चाहिए। हर राजनीतिक व्यक्ति के लिए ये बहुत जरूरी है कि उसका कोई किरदार हो, क्योंकि किरदारों पे ही विश्वास होता है। आखिर में ये कहता हूं कि योद्धा वही जो जूझे रण के अंदर, मित्र वही जो समय पे काम आए, योगी यति मानव की मति, सत्य के मार्ग पे चल के ही परम सत्यमेव जयते। ਸੋ ਇਸ ਭੁੱਖ ਹੜਤਾਲ ਦਾ ਸਿਆਸਤ ਤੇ ਪ੍ਰਭਾਵ ਕਿਹੋ ਜਿਹਾ ਰਿਹਾ ਇਸ ਦੇ ਲਈ ਸਿੱਧਾ ਚੱਲਾਂਗੇ ਸੀਨੀਅਰ ਪੱਤਰਕਾਰ ਵਿਜੇ ਮੌਰਿਆ ਹੋਣਾ ਦੇ ਵੱਲ। ਮੌਰਿਆ ਸਾਹਿਬ, ਕਿੱਦਾਂ ਦਾ ਪ੍ਰਭਾਵ ਵੇਖਦੇ ਹੋ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਉੱਥੇ ਭੁੱਖ ਹੜਤਾਲ ਤੇ ਸੀ? ਚਰਚਾਵਾਂ ਵੀ ਸਾਹਮਣੇ ਆਈਆਂ ਕਿ ਪ੍ਰਸ਼ਾਸਨ ਤੇ ਬਹੁਤ ਵੱਡਾ ਦਬਾਅ ਸੀ, ਉਸ ਪਰਿਵਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਜਿੱਥੇ ਬੈਠ ਕੇ ਨਵਜੋਤ ਸਿੰਘ ਸਿੱਧੂ ਪ੍ਰਦਰਸ਼ਨ ਮਾਫ ਕਰਨਾ ਹੜਤਾਲ ਦੇ ਉੱਤੇ ਸੀ, ਭੁੱਖ ਹੜਤਾਲ ਦੇ ਉੱਤੇ। ਸੋ ਇਸ ਸਾਰੇ ਦੇ ਦਰਮਿਆਨ ਜੋ ਕੁਝ ਹੋਇਆ ਇਸ ਸਾਰੇ ਵਰਤਾਰੇ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਪ੍ਰਭਾਵ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਭੁੱਖ ਹੜਤਾਲ ਦਾ? ਗਗਨ ਜੀ, ਸਤਮੇਵ ਜੈਤ, ਆਖਿਰਕਾਰ ਸੱਤ ਦੀ ਜੀਤ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਜੋ ਕਿ ਲਖੀਮਪੁਰ ਦੇ ਵਿੱਚ ਆਏ ਹੋਏ ਸੀ, ਮਾਰਚ ਲੈ ਕੇ ਆਏ ਸੀਗੇ ਕਿਉਂਕਿ ਉੱਥੇ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਬੇਟੇ 'ਤੇ ਆਰੋਪ ਲਾਏ ਸੀਗੇ ਕਿ ਜਿੱਥੇ ਪਿੱਛੇ ਦਿਨੇ ਕਿਸਾਨਾਂ ਦੀ ਮੌਤ ਹੋ ਗਈ ਸੀ ਇੱਕ ਹਾਦਸੇ ਦੇ ਵਿੱਚ, ਉਹਦੇ ਵਿੱਚ ਆਰੋਪੀ ਦੱਸਿਆ ਜਾ ਰਿਹਾ ਸੀਗਾ ਅਤੇ ਉਹਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਰਹੀ ਸੀਗੀ। ਔਰ ਉੱਥੇ ਪਹਿਲਾਂ ਪ੍ਰਿਅੰਕਾ ਗਾਂਧੀ, ਫਿਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜੋ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ। ਇੱਕ ਪ੍ਰੈਸ਼ਰ ਬਣਿਆ ਉੱਥੇ ਯੂਪੀ ਗੌਰਮੈਂਟ 'ਤੇ ਔਰ ਮੁੜ ਇਨਕੁਆਇਰੀ ਵੀ ਹੋਈ, ਪਰਚਾ ਵੀ ਦਰਜ ਹੋਇਆ ਔਰ ਹੁਣ ਕੁਝ ਦਿਨਾਂ ਬਾਅਦ ਗ੍ਰਿਫਤਾਰੀ ਅੱਜ ਸਵੇਰੇ ਹੋ ਗਈ ਆਸ਼ੀਸ਼ ਮਿਸ਼ਰਾ ਦੇ ਬੇਟੇ ਦੀ। ਤੋ ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜੋ ਪ੍ਰਭਾਵ ਹੈ ਪੋਲੀਟਿਕਸ ਦੇ ਵਿੱਚ ਉਹ ਸਾਫ਼ ਦਿਖਾਈ ਦਿੱਤਾ। ਲੋਕਾਂ ਦਾ ਸਮਰਥਨ ਮਿਲਿਆ ਔਰ ਪੂਰੇ ਦੇਸ਼ ਦੇ ਵਿੱਚ ਇੱਕ ਉਹਨਾਂ ਨੇ ਲਹਿਰ ਪੈਦਾ ਕਰਤੀ ਕਿ ਇਨਸਾਫ ਕਦੇ ਲੁਕਾਇਆ ਔਰ ਛਿਪਾਇਆ ਨਹੀਂ ਜਾ ਸਕਦਾ। ਦੇਰੀ ਹੋ ਸਕਦੀ ਹੈ ਲੇਕਿਨ ਅਗਰ
इंसाफ की आवाज़ ਲਈ आवाज़ ਚੱਕੀ जाए तो वो आवाज़ मजबूत बन के सामने आती है। और जी साडी कोर्ट्स ने, साडे हिंदुस्तान की कोर्ट्स, उन्होंने तो लोगों का अज भी बहुत बड़ा विश्वास है। ये इंसाफ का मंदिर कही जाती कोर्टां। तो साडे देश दे विच जिस तरह सुप्रीम कोर्ट ने इस केस के मामले सूओ मोटो लिया सीगा, उस तो बाद पुलिस ते भी प्रैशर सी और नवजोत सिंह सिद्धू और प्रियंका गांधी ने जिहड़ा यूपी दे विच जाके बीजेपी गवर्नमेंट के खिलाफ एक माहौल बनाया, जिहड़े मृतक परिवारों के हक और इंसाफ दिवाने की जिहड़ी गल चक्की सी वो अज पूरी हो गई। अज केंद्रीय गृह राज्य मंत्री के बेटे की गिरफ्तारी हो गई है और नवजोत सिंह सिद्धू ने आप कह सकते हैं कि उन्होंने जो उत्थे भुख हड़ताल शुरू की उहदा एक सियासी फायदा भी होया और परिवार को भी फायदा होया कि हुण जो वो मंग रहे सी मंत्री के बेटे की गिरफ्तारी वो हो गई है। सो कुल मिला के नवजोत सिंह सिद्धू पूरे संघर्षशील जिहड़े इस मामले में दिखाई दे रहे सी, किते न किते कह सकते हैं कि उन्होंने यह अभियान सफल होया और उन्होंने एक बार दसता कि उन्होंने विच राजनीतिक लड़ाई लड़न की पूरी क्षमता हैगी है और वो कांग्रेस के लिए एक बड़े लीडर साबित हो सकते हैं। क्योंकि प्रियंका गांधी भी उत्थे गए सी, उन्होंने भी पूरा संघर्ष किया। तो किते न किते जिस तरह उन्होंने कहा सी कि राहुल गांधी और सोनिया गांधी की मदद लिए हरदम तैयार ने, तो उन्होंने जाके जिथे लखीमपुर यूपी के विच जाके अपने MLAs नूं लैके और लीडर लैके जो संघर्ष उत्थे किया, उत्थे किते न किते उन्होंने प्रियंका गांधी राहुल गांधी की एक जिहड़ी छवि नूं स्ट्रोंग किया। उन्होंने दस्सिया कि उन्होंने नाल जिहड़े साथी ने नवजोत सिंह सिद्धू या उन्होंने टीम जिहड़ी है उन्होंने नाल हर दुख सुख वेले खड़ी है और कांग्रेस नूं अगे लेके जाण लई और लोगों की रहनुमाई लई पूरी तैयार है। और इसी का एक नतीजा साबित होया कि उत्थे ਜਿਹੜੇ मृतक परिवार जी डिमांड कर रहे थे कि ਜਿਹੜੇ हादसे का आरोपी सी उन्होंने गिरफ्तार कर लिया जाए। पुलिस ते पूरा प्रैशर पिया और अज वो आरोपी गिरफ्तार हो गया। सो उधर इस मामले ਨੂੰ ਲੈ ਕੇ लखीमपुर की घटना के उत्ते ਵੱਖ-ਵੱਖ सियासी प्रतिक्रम भी ने, खास करके नवजोत सिंह सिद्धू की भुख हड़ताल के उत्ते भाजपा के आगू श्वेत मलिक का प्रतिक्रम है। श्वेत मलिक ने कहा है कि शहीदों की श्रद्धांजलि दी जाती है, उत्ते सियासत नहीं की जानी चाहिए। सारे ही मुद्दे SIT बना के तुसीं ठंडे बस्ते च पाए ने, उत्ते तो साडी सरकार ने तुरंत एक्शन लिया। 45 लाख रुपए जिहड़े ने वो कंपनसेशन भी देती, सरकारी नौकरी भी जिहड़ी है देती है। सो तुसीं सिर्फ राजनीतिक रोटियां सेकन उत्थे ते गए होए हो कि तुहाडा राजस्थान विच जिहड़ा किसानां दे लाठी चार्ज होया वो तुहानूं नज़र नहीं आंदा। सो मैं यही कह रहा वां कि लखीमपुर जाण दी बजाए पंजाब संभालो। तो उधर विक्रम मजीठिया और बीबा हरसिमरत कौर बादल के वलों भी प्रैस वार्ता की गई है। इस प्रैस वार्ता के उन्होंने सीधे तौर के उत्ते भाजपा की सरकार को निशाने के उत्ते लिया है। उन्होंने कहना है कि भाजपा सरकार जो कुछ कर रही है ये नहीं सी होना चाहिए। अजिहे दौर के विचों भाजपा के लिए कई वड्डे बयान दे के गए ने। इंसीडेंट लखीमपुर खेड़ी च होया उहदा सारा जायजा लैके आए हैं और परिवारां नूं मिल के आए हैं। और मैं कह सकदा सब तो पहला ये गल कि उन्हां दा दर्द ना वेखिया जांदा सी ते ना सुनन दा जी करदा सी। जो हालात उत्थे बने सी, लवप्रीत एक 18 साल का नौजवान जिहदी सारी जिंदगी हले उहदे अगे पई सी। 2 भैणां दा अपने मापियां दा कल्ला कल्ला पुत्त और इन्ने प्यार नाल इन्ने लाड नाल उस माँ ने उस दिन उन्होंने तैयार करके उत्थे लंगर की सेवा करने, किसानी की हक सच लई आवाज़ उठाने वास्ते वो उत्थे गया सी, मगर वापस नहीं मुड़िया। और जो हालात उन्होंने माता जी दे जो देखे वो शब्दां नाल बयान नहीं किए जा सकते। उस माँ का दर्द, उस बुजुर्ग का दर्द। और छोटे 3 किले की जमीन के मालक, सिर्फ 3 किले। और उस तो बाद एक सरदार नछत्तर सिंह सोल ब्रेड ओनर सारा घर की कमाई उन्हां ते निर्भर, जिन्हां दा लड़का सीमा सुरक्षा बल च बॉर्डर ते तैनात है, उन्हां दा बच्चा दूजी उन्हां दे बुजुर्ग वो शहीद होए नछत्तर सिंह जी। मैं ना ही उन हालातों को मैं समझ सकती, लेकिन आज यहाँ बैठ के उनको बयान करने के लिए भी मेरे दिल में इतना भारी दर्द और दुख है कि उसके बारे सोच के मेरी आंखों में इस समय भी आंसू आ जाते हैं। कहीं ना कहीं सरकारों की और शायद हम सब की शायद इंसानियत ही मरती जा रही है। कहीं पे कोई हादसा होता है, कौन कसूरवार है,
जस्टिस मिल जाए नहीं मिले, बस यहाँ तक बात सीमित रह जाती है। लेकिन उधर जाके जो लोगों के घरों में जाके उनके हालात देखे, उनके परिवारजनों के साथ जाके जो मैंने दुख देखा है, जो गरीबी देखी है, जो उनकी गुहार सुनी है, वो मैं सिर्फ यही कह सकती हूँ कि मुझे कहीं ना कहीं अफसोस, दुख और शर्म आती है कि जिन लोगों को चुन के सरकारें बनाई हैं, आज जब ऐसा हादसा होता है तो वो चुने हुए लोगों में से एक भी जाके इस दुख की समय में, दुख की घड़ी में उन लोगों का साथ नहीं दे रहा है। 18 साल के लवप्रीत की माँ, कच्चा मकान उनका, पक्का और बिजली तक नहीं। माँ के 5वें दिन में ड्रिप लगी हुई थी क्योंकि लगातार वो सिर्फ बेहोश हो रही है। इकलौता बेटा, 2 बेटियों के बाद, 18 साल का। बड़े चाह के साथ माँ ने भेजा कि इतना बड़ा किसानी आंदोलन चल रहा है, उस आंदोलन को मजबूत करने के लिए, अपनी हक की लड़ाई के, बेटा जाके वहाँ पे लंगर लगाओ, किसानों को तुम खाना खिलाओ। माँ ने तैयार करके अपने इकलौते बेटे को भेजा। 2017 ਦੇ ਵਿੱਚ ਜਦੋਂ ਨਵੀਂ ਸਰਕਾਰ ਪੰਜਾਬ 'ਚ ਬਣਨੀ ਸੀ, ਉਸ ਵਕਤ ਕਾਂਗਰਸ ਦੇ ਵੱਲੋਂ ਵੱਡਾ ਚੋਣ ਮੈਨੀਫੈਸਟੋ ਪੇਸ਼ ਕੀਤਾ ਗਿਆ ਸੀ। ਇਸ ਚੋਣ ਮੈਨੀਫੈਸਟੋ ਦੇ ਵਿੱਚ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਹੋਏ ਸੀ। ਕਰਜ਼ਾ ਕੁਰਕੀ ਮਾਫੀ ਤੋਂ ਲੈ ਕੇ ਬਿਜਲੀ ਦੇ ਬਿੱਲ ਤੱਕ ਮਾਫ ਕਰਨ ਦੀ ਗੱਲ ਆਖੀ ਗਈ ਸੀ, ਪਰ ਇਹ ਵਾਅਦੇ ਪੂਰੇ ਨਾ ਹੋਣ ਦੇ ਚੱਲਦਿਆਂ 4.5 ਸਾਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਬਣਦੇ ਨੇ। ਪਰ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਿਆ ਵੀ ਸਮਾਂ ਲਗਾਤਾਰ ਮੁੱਠੀ 'ਚੋਂ ਰੇਤ 'ਤੇ ਵਾਂਗ ਕਿਰਦਾ ਜਾ ਰਿਹਾ ਹੈ। ਅਜਿਹੇ ਸਮੇਂ ਦੇ ਵਿੱਚ ਵੀ ਜਿਸ ਹਿਸਾਬ ਦੇ ਨਾਲ ਵਾਅਦੇ ਨਹੀਂ ਪੂਰੇ ਹੋ ਰਹੇ ਤਾਂ ਹੁਣ ਲੋਕ ਕਾਂਗਰਸੀ ਵਿਧਾਇਕਾਂ ਨੂੰ ਸਵਾਲ ਪੁੱਛਣ ਲੱਗੇ ਨੇ। ਬੀਤੇ ਦਿਨੀ ਦਵਿੰਦਰ ਸਿੰਘ ਘੁਬਾਇਆ ਜੋ ਵਿਧਾਇਕ ਨੇ, ਨੌਜਵਾਨ ਵਿਧਾਇਕ ਨੇ, ਉਹਨਾਂ ਨੂੰ ਘੇਰ ਲਿਆ ਗਿਆ ਇੱਕ ਪਿੰਡ ਦੇ ਵਿੱਚ, ਜਿਸ ਮੌਕੇ ਤੇ ਉਹ ਇੱਕ ਸੜਕ ਦਾ ਉਦਘਾਟਨ ਕਰ ਰਹੇ ਸੀ। ਦਵਿੰਦਰ ਸਿੰਘ ਘੁਬਾਇਆ ਨੂੰ ਘੇਰ ਕੇ ਵੱਡੇ ਸਵਾਲ ਜਵਾਬ ਹੋਏ ਨੇ ਤੇ ਦਵਿੰਦਰ ਸਿੰਘ ਘੁਬਾਇਆ ਨੇ ਸਾਫ਼ ਤੌਰ ਤੇ ਉੱਤੇ ਇਸ ਸਾਰੇ ਮਸਲੇ ਦੇ ਉੱਤੇ ਆਪਣੀ ਗੱਲ ਵੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਕਾਂਗਰਸੀ ਵਿਧਾਇਕਾਂ ਨਾਲ ਹੋ ਰਿਹਾ ਹੈ, ਬਹੁਤ ਵੱਡੇ ਸਵਾਲ ਨੇ। ਨਵਾਂ ਹਸਪੀਟਲ ਫਾਈਲ ਕਾ ਬਣ ਰਿਹਾ ਹੈ, ਥੋੜੇ ਦਿਨਾਂ ਦੇ ਵਿੱਚ ਉਹ ਕੰਪਲੀਟ ਹੋ ਗਿਆ। ਬਿਲਡਿੰਗਾਂ 2 ਸਾਲ ਪਹਿਲਾਂ ਦੇ ਤਿਆਰ ਹੋਈਆਂ ਪਈਆਂ ਨੇ, ਉਦਘਾਟਨ ਤਾਂ ਨਹੀਂ ਕੀਤਾ ਕਿ ਵੀ ਇਲੈਕਸ਼ਨ ਆਵੇਗਾ ਨੇੜੇ ਆ ਕੇ ਆਪਾਂ 2 ਸਾਲ ਨਹੀਂ ਅਜੇ ਹੁਣ ਤਿਆਰ ਹੋਈਆਂ। ਉਹ ਜਲਾਲਾਬਾਦ ਤਾਂ ਮੇਰਾ ਹਲਕਾ ਹੈ ਨਹੀਂ, ਮੇਰਾ ਹਲਕਾ ਤਾਂ ਫਾਜ਼ਿਲਕਾ ਹੈ। ਮੈਂ ਫਾਜ਼ਿਲਕਾ ਦੀ ਗੱਲ ਕਿਹੜੀ ਸੀ ਹੋਗਾ ਜੀ? 4.5 ਸਾਲ ਹੋ ਗਏ ਤੁਸੀਂ ਕੰਮ ਕੀਤਾ। ਆ ਸੜਕ ਨੂੰ ਕਿੰਨੇ 4 ਸਾਲ ਹੋ ਗਏ ਤੁਹਾਡੇ ਕੋਲ ਜਾਂਦੇ ਨੂੰ। ਇਹ ਰਿਪੇਅਰ ਚ ਪੈ ਗਈ ਜੀ, ਇਹ ਰਿਪੇਅਰ ਹੋ ਜਾਣੀ। 4 ਸਾਲ ਹੋ ਗਏ ਅਜੇ ਤੱਕ ਤਾਂ ਬਣੀ ਨਹੀਂ ਸਾਡੀ। ਜਦੋਂ ਵੋਟਾਂ ਦਾ ਟਾਈਮ ਆਇਆ ਉਦੋਂ ਹੀ ਕਿਉਂ ਰਿਪੇਅਰ ਚ ਪੈਂਦੇ ਨੇ? 4 ਸਾਲ ਪਹਿਲਾਂ ਆਪਾਂ ਕਿੱਧਰ ਆਏ ਨੇ ਜੀ? ਜਦੋਂ 6 ਸਾਲ ਬਾਅਦ ਸੜਕ ਜਿਹੜੀ ਹੁੰਦੀ ਹੈ, 6 ਸਾਲਾਂ ਬਾਅਦ ਉਹ ਰਿਪੇਅਰ ਹੋ ਸਕਦੀ ਹੈ। ਇਹ ਸੜਕ ਨੂੰ 25 ਸਾਲ ਹੋ ਗਏ ਬਣੀ ਨੂੰ। ਇਹਨੂੰ 25 ਸਾਲ ਹੋ ਗਏ ਬਣੀ ਨੂੰ। ਕਾਗਜ਼ਾਂ ਵਿੱਚ ਸਾਨੂੰ ਨਹੀਂ ਪਤਾ ਕਿੰਨੀਆਂ ਰਿਪੇਅਰ ਪੈ ਚੁੱਕੀ ਹੈ। ਸਾਡੀ ਸਰਕਾਰ ਹੁਣ ਰਿਪੇਅਰ ਕਰ ਰਹੀ ਹੈ ਨਾ ਸੜਕਾਂ ਪਿਛਲੀਆਂ। ਕਰ ਰਹੀ ਹੋਸੀ ਪਰ ਸਾਡੇ ਕੋਲ ਤਾਂ ਕੋਈ ਨਹੀਂ ਹੈ। ਅਸੀਂ ਕਿਵੇਂ ਮੰਨੀਏ ਵੀ ਸਾਡੀਆਂ ਹੋਈਆਂ ਨਹੀਂ? ਇਹ ਮੰਨਦਾ ਹੀ ਐਕਚੁਅਲ ਚ ਹੋਊਗੀ ਜੀ, ਤੁਹਾਡੇ ਇੱਥੇ ਸੜਕ ਰਿਪੇਅਰ ਹੋਊਗੀ। ਕੱਲੀ ਆ ਨਹੀਂ, ਤੁਸੀਂ ਆਸੇ ਪਾਸੇ ਵੇਖ ਰਹੇ ਹੋ ਕਿੰਨੀਆਂ ਸੜਕਾਂ ਰਿਪੇਅਰ ਹੋ ਰਹੀਆਂ। ਤੁਹਾਡੀ ਵੀ ਟੈਂਡਰ ਲੱਗਿਆ ਹੋਇਆ, ਵੀ ਹੋ ਜਾਣੀ ਨਹੀਂ ਹੋਈ, ਇਹਦਾ ਟੈਂਡਰ ਲੱਗਿਆ ਹੋਇਆ ਹੋ ਜਾਣੀ। ਚੋਣ ਜਾਲ ਤਾਂ ਲੱਗ ਜਾਣੀ, ਕਹਾਣੀ ਖਤਮ ਹੋ ਜਾਣੀ। ਚੋਣ ਜਾਬਤੇ ਨੂੰ ਤਾਂ ਹਜੇ 3 ਮਹੀਨੇ ਪਏ ਆ। ਚਲੋ ਇਹ ਦੱਸੋ ਵੀ ਅਗਲੀ ਵਾਰੀ ਤੁਹਾਡੀ ਸਰਕਾਰ ਆਉਂਦੀ ਹੈ, ਜਿਹੜਾ ਸਾਰਾ ਕੰਮ ਪ੍ਰਾਈਵੇਟ ਹੋ ਰਿਹਾ ਉਹਨੂੰ ਤੁਸੀਂ ਸਰਕਾਰੀ ਇਦਾਰੇ ਚ ਲਿਆਉਣ ਦੀ ਕਿੰਨੀ ਕੋਸ਼ਿਸ਼ ਕਰੋਗੇ? ਬਿਲਕੁਲ, ਹੁਣ ਮੈਨੀਫੈਸਟੋ ਸਰਕਾਰ ਬਣਾਊਗੀ, ਉਹਦੇ ਚ ਮੋਰਾ ਸਾਹਿਬ ਕਿਸ ਤਰ੍ਹਾਂ ਵੇਖ ਰਹੇ ਹੋ ਜਿਸ ਹਿਸਾਬ ਦੇ ਨਾਲ ਹੁਣ ਕਾਂਗਰਸੀ ਵਿਧਾਇਕਾਂ ਦਾ ਵਿਰੋਧ ਹੋਣ ਲੱਗਿਆ, ਇਸ ਵਿਰੋਧ ਦੇ ਨਾਲ ਕੀ ਲੱਗਦਾ ਕਿ ਸਿਆਸਤ ਕੀ ਰੁਖ ਲੈ ਰਹੀ ਹੈ? ਸ਼ੇਰ ਸਿੰਘ ਘੁਬਾਇਆ ਜਿਹੜੇ ਕਿ ਕਾਂਗਰਸ ਦੇ ਐਮਐਲਏ ਨੇ, ਉਹਨਾਂ ਨੂੰ ਅੱਜ ਜਿਹੜਾ ਘੇਰਿਆ ਗਿਆ ਸੀਗਾ, ਕੁਝ ਪਿੰਡ ਦੇ ਲੋਕਾਂ ਨੇ ਘੇਰਿਆ ਔਰ ਉਹਨਾਂ ਤੋਂ ਡਿਮਾਂਡ ਕੀਤੀ ਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿਉਂ ਨਹੀਂ ਹਜੇ ਤੱਕ ਪੂਰੇ ਹੋਏ। ਸੋ ਇਹ ਮੈਂ ਸਮਝਦਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਹੱਕ ਵੀ ਹੈ ਕਿ ਆਪਣੇ ਉਹ ਚੁਣੇ ਹੋਏ ਪ੍ਰਤੀਨਿਧੀਆਂ ਤੋਂ ਸਵਾਲ ਕਰ ਸਕਣ, ਕਿਉਂਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਹੈ, ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੈ। ਸੋ ਕਾਂਗਰਸ ਨੇ ਜਦੋਂ 2017 ਦੀ ਵਿਧਾਨ ਸਭਾ ਚੋਣਾਂ ਲੜੀਆਂ ਸੀਗੀਆਂ ਤਾਂ ਉੱਥੇ ਬਹੁਤ ਵੱਡੇ ਵਾਅਦੇ ਕੀਤੇ ਸੀ। ਖਾਸ ਤੌਰ 'ਤੇ ਕਿਸਾਨਾਂ ਦੇ ਕਰਜ਼ ਮਾਫ ਦੀ ਗੱਲ ਕੀਤੀ ਸੀ, ਵੀ ਕਰਜ਼ ਮਾਫ ਕਰ ਦਿੱਤੇ ਜਾਣਗੇ। ਉਸ ਤੋਂ ਇਲਾਵਾ ਯੂਥ ਨੂੰ ਨੌਕਰੀਆਂ ਦੇਵਾਂਗੇ, ਬਿਜਲੀ ਜਿਹੜੇ ਸਮਝੌਤੇ ਹੋਏ ਸੀ ਉਹ ਰੱਦ ਕਰਾਂਗੇ ਔਰ ਬੇਅਦਬੀ ਦੇ ਜਿਹੜੇ ਮਾਮਲੇ ਹੋਏ ਸੀ ਉਹਦੇ ਵਿੱਚ ਆਰੋਪੀਆਂ ਨੂੰ ਸਲਾਖਾਂ ਪਿੱਛੇ ਕਰਨ ਦਾ ਵਾਅਦਾ ਕੀਤਾ ਸੀਗਾ। ਸੋ ਕਈ ਬਹੁਤ ਵੱਡੇ ਵਾਅਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ, ਉਸ ਟਾਈਮ ਉਹਨਾਂ ਨੇ ਬੜੇ ਲੰਬੇ ਚੌੜੇ ਵਾਅਦੇ ਕਰਕੇ ਚੋਣਾਂ ਦੇ ਵਿੱਚ ਜਿੱਤੀਆਂ ਸੀਗੀਆਂ ਔਰ ਜਦੋਂ ਹੁਣ 4.5 ਸਾਲ ਦਾ ਸਮਾਂ ਬੀਤ ਗਿਆ ਤਾਂ ਕਈ ਵਾਅਦੇ ਜਿਹੜੇ ਸੀਗੇ ਸਰਕਾਰ ਦੇ ਪੂਰੇ ਨਹੀਂ ਹੋ ਸਕੇ। ਖਾਸ ਤੌਰ 'ਤੇ ਬੇਅਦਬੀ, ਰੇਤਾ ਮਾਈਨਿੰਗ ਦੀ, ਖਾਸ ਤੌਰ 'ਤੇ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਕਰੀਏ, ਰੇਤਾ ਸਸਤਾ ਹੋਣ ਦੀ ਗੱਲ ਕਰੀਏ ਜਾਂ ਬੇਅਦਬੀਆਂ ਦੇ ਮਾਮਲੇ ਕਹੀਏ, ਉਹਨਾਂ 'ਤੇ ਕੋਈ ਵੀ ਹਜੇ ਫੈਸਲਾ ਸਰਕਾਰ ਨਹੀਂ ਕਰਾ ਪਾਈ ਹੈ। ਕੋਈ ਐਸਾ ਡਿਸੀਜ਼ਨ ਸਾਹਮਣੇ ਨਹੀਂ ਆਇਆ ਜਿਹਦੇ ਨਾਲ ਆਰੋਪੀ ਗ੍ਰਿਫਤਾਰ ਹੋਣ, ਕਿਉਂਕਿ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਸੀਗੀ। ਔਰ ਜਿਸ ਤਰੀਕੇ ਨਾਲ ਅੱਜ ਰੋਕਿਆ ਲੋਕਾਂ ਨੇ, ਤੇ ਉੱਥੇ ਇੱਕ ਗੱਲ ਸਾਫ਼ ਹੈ
ਕਿ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਪੈਦਾ ਹੋ ਰਹੇ ਬਾਰ-ਬਾਰ ਕਿ ਆਖਿਰਕਾਰ ਉਹਨਾਂ ਨਾਲ ਧੋਖਾ ਕੀਤਾ ਗਿਆ, ਉਹਨਾਂ ਦੇ ਵਾਅਦੇ ਕਦੋਂ ਪੂਰੇ ਕੀਤੇ ਜਾਣਗੇ। ਸੋ ਅੱਜ ਲੋਕਾਂ ਨੇ ਜਿਹੜੇ ਪ੍ਰਸ਼ਨ ਕੀਤੇ ਨੇ ਉਹ ਕੋਈ ਗਲਤ ਪ੍ਰਸ਼ਨ ਨਹੀਂ ਆ। ਹਾਂ, ਇਹ ਹੋ ਸਕਦਾ ਲੋਕਤੰਤਰ ਦੀ ਮਰਿਆਦਾ ਅਨੁਸਾਰ ਨਾ ਹੋਵੇ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਪੁੱਛਿਆ ਉਹਦੇ 'ਚ ਕੋਈ ਉਹਨਾਂ ਨੇ ਗਲਤ ਵੀ ਨਹੀਂ ਕੀਤਾ। ਕਿਸਾਨਾਂ ਦਾ ਹੱਕ ਹੈ, ਉਹ ਕਿਸੇ ਨੂੰ ਵੀ ਸਵਾਲ ਜਵਾਬ ਕਰ ਸਕਦੇ ਆ। ਸੋ ਹੁਣ ਜਿਹੜਾ ਸਮਾਂ ਬਚਿਆ, ਚਾਹੇ ਉਹ CM ਚੰਨੀ ਸਾਹਿਬ ਨਵੇਂ ਆਪਣੇ ਆ ਗਏ ਨੇ ਪੰਜਾਬ ਦੀ ਸਰਕਾਰ ਦੇ ਵਿੱਚ, ਕਿਉਂਕਿ ਉਹ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਉਹ ਨਵੇਂ ਪੰਜਾਬ ਦੇ CM ਬਣੇ ਸੀਗੇ। ਸੋ ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਕਿ ਅਸੀਂ ਜਿਸ ਤਰ੍ਹਾਂ ਹੀ ਸ਼ਾਸਨ ਸੰਭਾਲਾਂਗੇ, ਉਹਨਾਂ ਦੀ ਟੀਮ ਸੰਭਾਲੇਗੀ, ਕੈਬਨਿਟ ਵੀ ਜਦੋਂ ਕੰਮ ਕਰੇਗੀ ਤਾਂ ਉਹ ਪੂਰੇ ਪੰਜਾਬ ਦੇ ਜੋ ਮਸਲੇ ਮੇਨ ਮੁੱਦੇ ਸੀ ਉਹਨਾਂ ਨੂੰ ਹੱਲ ਕਰੇਗੀ। ਲੇਕਿਨ ਬਿਜਲੀ ਦੇ ਮੁੱਦੇ 'ਤੇ ਉਹਨਾਂ ਨੇ ਜਿਹੜਾ ਕਹਿ ਸਕਦੇ ਕਿ ਆਪਾਂ ਜਿਹੜੇ ਪੁਰਾਣੇ ਬਿੱਲ ਸੀ ਉਹ ਮਾफ़ ਕਰਤੇ ਹੈ। 2 ਕਿਲੋਵਾਟ ਤੱਕ ਦੇ ਜਿਹੜੇ ਕੰਜ਼ਿਊਮਰ ਸੀ ਉਹਨਾਂ ਦੇ ਬਿੱਲ ਜਿਹੜੇ ਜਿੰਨੇ ਵੀ ਪੈਂਡਿੰਗ ਸੀ ਹੁਣ ਤੱਕ ਦੇ ਉਹ ਉਹਨਾਂ ਨੂੰ ਮਾफ़ ਕਰਕੇ ਇੱਕ ਵੱਡੀ ਰਾਹਤ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਇਲਾਵਾ ਅੰਬੇਦਕਰ ਮਿਊਜ਼ੀਅਮ ਦੇਣ ਦੀ ਗੱਲ ਕੀਤੀ ਹੈ ਔਰ ਹੋਰ ਵੀ ਕਈ ਜੋ ਉਹਨਾਂ ਨੇ ਲਾਭ ਦਿੱਤੇ ਆ ਸਰਕਾਰ ਨੇ, ਪਰ ਹਜੇ ਵੱਡੇ ਏਜੰਡੇ ਬਾਕੀ ਨੇ। ਖਾਸ ਤੌਰ 'ਤੇ ਰੇਤਾ, ਜਿਸ ਤਰ੍ਹਾਂ ਕਹਿ ਸਕਦੇ ਸੀ ਆਪਾਂ ਕਿ ਸਸਤਾ ਕਰਨ ਦੀ ਗੱਲ ਆ ਰਹੀ ਸੀ, ਕਰਪਸ਼ਨ ਖਤਮ ਕਰਨ ਦੀ ਗੱਲ ਆ ਸੀ ਔਰ ਬੇਅਦਬੀ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਜਿਹੜੇ ਆਰੋਪੀ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਮੰਦਭਾਗੀ ਘਟਨਾ ਕੀਤੀ ਸੀ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਪੂਰੀ ਤਰ੍ਹਾਂ ਨਹੀਂ ਹੋ ਪਾਏ ਹੈ, ਕੁਛ ਜ਼ਰੂਰ ਕੀਤੇ ਹੈ ਲੇਕਿਨ ਹਜੇ ਉਹਦੇ 'ਚ ਰਾਹਤ ਹੋਰ ਦੇਣ ਦੀ ਲੋੜ ਹੈ। ਸੋ ਜੋ ਇਹ ਸਵਾਲ ਜਵਾਬ ਨੇ ਇਹ ਹੁਣ ਦੇ ਨਹੀਂ ਹੈ, ਇਹ ਹੁਣ ਜਦੋਂ ਸਰਕਾਰ 3 ਮਹੀਨਿਆਂ 'ਚ ਅਗਰ ਪੂਰੇ ਨਹੀਂ ਕਰੇਗੀ ਤਾਂ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਜਵਾਬ ਲੋਕਾਂ ਕੋਲੋਂ ਸਵਾਲ ਜਿਹੜੇ ਆਉਣਗੇ ਔਰ ਉਹਦੇ ਜਵਾਬ ਦੇਣੇ ਪੈਣਗੇ ਔਰ ਅਗਰ ਇਹ ਜਿਹੜੇ ਮਸਲੇ ਸਰਕਾਰ ਨੇ ਹੱਲ ਨਾ ਕੀਤੇ ਤਾਂ ਉਹਦਾ ਖਾਮਿਆਜ਼ਾ ਵੀ ਅੱਗੇ ਭੁਗਤਣਾ ਪੈ ਸਕਦਾ ਹੈ। ਬਹੁਤ ਬਹੁਤ ਧੰਨਵਾਦ ਮੌਰਿਆ ਸਾਹਿਬ, ਇਸ ਖਬਰ ਦੇ ਉੱਤੇ ਵਿਸ਼ੇਸ਼ ਤੌਰ ਤੇ ਉੱਤੇ ਗੱਲਬਾਤ ਤੁਸੀਂ ਸਾਡੇ ਨਾਲ ਕੀਤੀ ਹੈ। ਸੋ ਅਗਲੀ ਖਬਰ ਦੇ ਵੱਲ ਵਧਾਂਗੇ ਤੇ ਮਾਰਕੀਟ ਕਮੇਟੀਆਂ ਵੀ ਲਗਾਤਾਰ ਐਕਸ਼ਨ ਦੇ ਵਿੱਚ। ਜਲਾਲਾਬਾਦ ਦੇ ਵਿੱਚ ਬੀਤੇ ਦਿਨਾਂ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਮਾਰਕੀਟ ਕਮੇਟੀ ਐਕਸ਼ਨ 'ਚ ਆਈ ਅਤੇ ਜਦੋਂ ਤਾਂਦਲੀ ਹੁੰਦੀ ਵਿਖੀ ਤਾਂ ਉੱਥੇ ਇੱਕ ਆੜਤੀ ਦਾ ਲਾਇਸੈਂਸ ਤੱਕ ਰੱਦ ਕਰ ਦਿੱਤਾ ਗਿਆ। ਸੋ ਹੁਣ ਮਾਰਕੀਟ ਕਮੇਟੀਆਂ ਵੀ ਵੱਡੇ ਐਕਸ਼ਨ ਮੂਡ ਦੇ ਵਿੱਚ ਨੇ। ਹਾਂਜੀ, ਕੱਲ ਅਸੀਂ ਚੈਕਿੰਗ ਦੌਰਾਨ ਦੇਖਿਆ ਕਿ ਇੱਕ ਪ੍ਰਾਈਵੇਟ ਜਗ੍ਹਾ ਤੇ ਮੁਟਨੇਜਾ ਕਮਿਸ਼ਨ ਏਜੰਟ ਵੱਲੋਂ 472 ਗੱਟੇ ਪਰਮਲ ਝੋਨੇ ਦੇ ਭਰ ਕੇ ਖਰੀਦ ਵੇਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਰਿਕਾਰਡ ਚੈੱਕ ਕਰਨ ਤੇ ਅਸੀਂ ਵੇਖਿਆ ਕਿ ਦਫ਼ਤਰ ਦੇ ਰਿਕਾਰਡ 'ਚ ਕਿਤੇ ਵੀ ਉਹਦੀ ਐਂਟਰੀ ਨਹੀਂ ਆ। ਸੋ ਸੈਕਟਰੀ ਮਾਰਕੀਟ ਕਮੇਟੀ ਨੂੰ ਅਗਲੀ ਕਾਰਵਾਈ ਵਾਸਤੇ ਮੈਂ ਲਿਖਤਾ ਸੀ, ਜਿਨ੍ਹਾਂ ਨੇ ਕਾਰਵਾਈ ਕਰਦੇ ਹੋਏ ਅੱਜ ਮੁਟਨੇਜਾ ਕਮਿਸ਼ਨ ਏਜੰਟ ਦਾ ਲਾਇਸੈਂਸ ਸਸਪੈਂਡ ਕਰਤਾ ਜੀ ਤੇ ਅਗਲੀ ਕਾਰਵਾਈ ਚੱਲ ਰਹੀ ਹੈ। ਸਰ, ਇਹ ਜੇ ਲਿਖਵਾਉਂਦੇ ਨਹੀਂ ਤੇ ਇਸ ਦੇ ਨਾਲ ਕਿਸ ਨੂੰ ਘਾਟਾ, ਗਵਰਨਮੈਂਟ ਨੂੰ ਕਮਿਸ਼ਨ ਦਾ ਘਾਟਾ ਪੈਂਦਾ ਜਾਂ ਕੋਈ ਹੋਰ? ਹਾਂਜੀ, ਇਹ ਕੇਸ ਸੀਗਾ ਜੀ ਕਿ ਜਿਹੜੀ ਮਾਰਕੀਟ ਫੀਸ RDF ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਜਿੰਨੀ ਵੀ ਟ੍ਰਾਂਜੈਕਸ਼ਨ ਹੁੰਦੀ ਹੈ, ਖਰੀਦ ਵੇਚ ਹੁੰਦੀ ਹੈ ਕਿਸੇ ਫਸਲ ਦੀ, ਉਹਦੇ 'ਤੇ ਮੰਡੀ ਬੋਰਡ ਵੱਲੋਂ ਮਾਰਕੀਟ ਫੀਸ ਤੇ RDF ਵਸੂਲਿਆ ਜਾਂਦਾ ਹੈ। ਸੋ ਇਹ ਸਰਕਾਰ ਦੇ ਰੈਵਨਿਊ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸਰ, ਕੋਈ ਜੁਰਮਾਨਾ ਵਗੈਰਾ ਵੀ ਲੱਗੇਗਾ ਇਹਨਾਂ ਨੂੰ ਕੋਈ ਇਨਕੁਆਇਰੀ ਤੋਂ ਬਾਅਦ? ਹਾਂਜੀ, ਪੜਤਾਲ ਚੱਲ ਰਹੀ ਹੈ। ਜੇ ਕੋਈ ਹੋਰ ਇਹਦੇ 'ਚ ਫਰਮ, ਲਾਇਸੈਂਸੀ ਫਰਮ ਨਾਲ ਦੋਸ਼ੀ ਪਾਈ ਗਈ ਉਹ 'ਤੇ ਵੀ ਕਾਰਵਾਈ ਹੋਊਗੀ ਤੇ ਜੁਰਮਾਨਾ ਵੀ ਲੱਗੂਗਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।